ਪੰਜਾਬ ਉਹ ਧਰਤੀ ਹੈ ਜਿਸ ਤੇ ਉਹ ਪਵਿੱਤਰ ਧਰਤੀ ਹੈ ਜਿੱਥੇ ਸਭ ਤੋਂ ਪਹਿਲਾਂ ਵੇਦ ਰਿਗਵੇਦ ਦੀ ਰਚਨਾ ਹੋਈ। ਪੰਜਾਬ ਉਹ ਧਰਤੀ ਹੈ ਜਿੱਥੇ ਸਾਡੇ ਗੁਰੂਆਂ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ। ਗੁਰੂ ਸਾਹਿਬ ਫਰਮਾਉਂਦੇ ਨੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਨੇ ਜਦੋਂ ਫਾਂਸੀ ਹੋਣੀ ਸੀ ਨਾ, ਤਾਂ ਆਖਰੀ ਵਕਤ ਵੀ ਉਹਨਾਂ ਦੇ ਹੱਥ 'ਚ ਕਿਤਾਬ ਸੀ। ਇਹ ਪੰਜਾਬ ਦੀ ਪਹਿਚਾਨ ਹੈ। ਦਿਸ ਇਜ਼ ਪੰਜਾਬ। ਮੰਡਿਆਂ ਕੁਝ ਸਮੇਂ ਲਈ ਸਾਡੇ ਤੇ ਕਾਲੇ ਬੱਦਲ ਛਾਏ ਤੇ ਸਾਨੂੰ ਉੜਤਾ ਪੰਜਾਬ ਕਹਿਣ ਲੱਗ ਪਏ, ਪਰ ਉੜਦਾ ਪੰਜਾਬ ਸਾਡੀ ਪਹਿਚਾਨ ਨਹੀਂ ਹੈ। ਪੜ੍ਹਦਾ ਪੰਜਾਬ ਸਾਡੀ ਪਹਿਚਾਨ ਹੈ। ਅੱਜ ਦੁਬਾਰਾ ਮਾਨ ਸਾਹਿਬ ਦਾ ਪੰਜਾਬ ਸਾਡਾ ਅੱਜ ਪੂਰੇ ਦੇਸ਼ ਦੇ ਵਿੱਚ ਨੰਬਰ 1 ਹੈ। ਅਸੀਂ ਕੇਰਲਾ ਵਰਗੇ ਸੂਬੇ ਨੂੰ ਪਿੱਛੇ ਛੱਡਿਆ। ਹਰ ਇੱਕ ਪੰਜਾਬੀ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਸਿੱਖਿਆ ਦੇ ਉੱਤੇ ਕੰਮ ਹੋਇਆ, ਪਰ ਫਿਰ ਵੀ ਕਿਉਂਕਿ ਅਗਰ ਕੋਈ ਮੈਨੂੰ ਪਰਸਨਲੀ ਟਾਰਗੇਟ ਕਰਦਾ, ਮੈਂ ਬਹੁਤ ਛੋਟਾ ਇਨਸਾਨ ਹਾਂ, ਮੇਰੀ ਕੋਈ ਹਸਤੀ ਨਹੀਂ। ਮੇਰੇ ਬਾਰੇ ਲੱਖ ਮੰਦਾ ਬੋਲ ਲੋ, ਪਰ ਮੈਂ ਆਪਣੇ ਸੂਬੇ ਬਾਰੇ, ਆਪਣੀ ਸਟੇਟ ਬਾਰੇ, ਆਪਣੇ ਸੀਐਮ ਬਾਰੇ ਨਹੀਂ ਸੁਣ ਸਕਦਾ। ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਤੇ ਮੈਂ ਧੰਨਵਾਦ ਕਰਦਾ ਕਿਉਂਕਿ ਜੈਨ ਜ਼ੀ ਦਾ ਧੰਨਵਾਦ ਕਿ ਐਜੂਕੇਸ਼ਨ ਨੂੰ ਇਸ ਦੇਸ਼ ਦੀ ਡਿਬੇਟ ਦੇ ਵਿੱਚ ਲੈ ਕੇ ਆਏ, ਤੇ ਨਾਲ ਹੀ ਧੰਨਵਾਦ ਕਰਦਾ ਆਪਣੇ ਟੀਚਰਸ ਦਾ ਜਿਨੇ ਮੈਨੂੰ ਪੜ੍ਹਾਇਆ, ਆਪਣੇ ਲਾਅ ਪ੍ਰੋਫੈਸਰਸ ਦਾ। ਤਾਂ ਮੈਂ ਸ਼ੁਰੂਆਤ ਕਰੂੰਗਾ ਵਿਦ ਅ ਥੈਂਕ ਯੂ। That's why this reads thank you। ਮੇਰੀ ਇਹ ਪ੍ਰੈਸ ਕਾਨਫਰੰਸ ਹਿੰਦੀ, ਇੰਗਲਿਸ਼, ਪੰਜਾਬੀ, ਕਿਉਂਕਿ ਦੇਸ਼ ਦੇ ਵਿੱਚ, ਦੁਨੀਆ 'ਚ ਸਾਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਅਸੀਂ ਇਸ ਕੋਸ਼ਿਸ਼ ਨੂੰ ਜਿਹੜਾ ਹੈ ਨਾਕਾਮ ਕਰਾਂਗੇ ਤੇ ਆਪਣੀ ਅਸਲੀ ਪਹਿਚਾਨ ਦੱਸਾਂਗੇ। ਤਾਂ ਥੈਂਕ ਯੂ ਟੂ ਦ ਮੀਡੀਆ, ਥੈਂਕ ਯੂ ਟੂ ਦ ਬੀਜੇਪੀ, ਥੈਂਕ ਯੂ ਟੂ ਦ ਕਾਂਗਰਸ ਐਂਡ ਥੈਂਕ ਯੂ ਟੂ ਦ ਅਕਾਲੀ ਦਲ ਇੱਕ ਝੂਠ ਬੋਲਣ ਦੇ ਲਈ। ਕਿਉਂਕਿ ਹੁਣ ਉਸ ਝੂਠ ਦੇ ਬਲਬੂਤੇ ਸਾਨੂੰ ਇੱਕ ਪਲੇਟਫਾਰਮ ਮਿਲ ਗਿਆ ਕਿ 4 ਸਾਲ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਜੋ ਕੰਮ ਕੀਤਾ ਸਿੱਖਿਆ 'ਚ, ਅੱਜ ਉਹ ਪੂਰਾ ਦੇਸ਼ ਜਾਣ ਸਕੇ। ਪ੍ਰੋਬਲਮ ਪਤਾ ਕੀ ਹੈ ਕਿ ਅੱਜ ਵੀ ਸਰਕਾਰ ਨੂੰ ਲੱਗਦਾ ਹੈ, ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ WhatsApp ਫਾਰਵਰਡ ਦੇ ਨਾਲ ਸਾਰਾ ਕੁਝ ਠੀਕ ਹੋ ਜਾਊਗਾ। ਸੌਰੀ, ਦਿਸ ਇਜ਼ ਜੈਨ ਜ਼ੀ, ਤੇ ਜੈਨ ਜ਼ੀ WhatsApp ਫਾਰਵਰਡ ਤੇ ਬਿਲੀਵ ਨਹੀਂ ਕਰਦਾ। ਜੈਨ ਜ਼ੀ ਕੀ ਬਿਲੀਵ ਕਰਦਾ ਹੈ? ਆਸਕਿੰਗ ਦ ਰਾਈਟ ਕੁਐਸਚਨਸ ਫਰਮ AI। ਤੇ ਜੋ ਮੈਂ ਕਹੂੰਗਾ ਉਹ ਵੀ ਪੁੱਛਣਗੇ, ਉਹ ਵੀ ਚੈੱਕ ਕਰਨਗੇ ਕਿ ਵੈਦਰ ਵਾਟ ਹਰਜੋਤ ਬੈਂਸ ਇਜ਼ ਸੇਇੰਗ ਇਜ਼ ਇਟ ਫੈਕਟ ਔਰ ਇਟ ਇਜ਼ ਫਾਲਸ। ਇੱਕ ਝੂਠ ਨੂੰ 100 ਵਾਰੀ ਬੋਲ ਲੋ, ਇੱਕ ਝੂਠ ਨੂੰ 500 ਵਾਰੀ ਬੋਲ ਲੋ, ਕੀ ਉਹ ਸੱਚ ਬਣ ਜਾਊਗਾ? Can a lie be, if it is spoken 100 times, 500 times, 1000 times, can it become a truth? Truth is that ਪੰਜਾਬ 'ਚ ਕੋਈ ਪੇਪਰ ਲੀਕ ਨਹੀਂ ਹੋਇਆ। Truth is ਕਿ ਪੰਜਾਬ is number 1 in education। ਤੇ ਮੈਂ ਨਹੀਂ ਕਹਿ ਰਿਹਾ, ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਇਹ ਗੱਲ ਨਹੀਂ ਕਹਿ ਰਿਹਾ। ਨੈਕਸਟ, ਦਿਸ ਇਜ਼ ਨੀਤੀ ਆਯੋਗ। ਨੀਤੀ ਆਯੋਗ ਸਭ ਨੂੰ ਪਤਾ ਹੈ ਤੇ ਇਸ ਦਾ ਲਿੰਕ ਵੀ ਸ਼ੇਅਰ ਕਰ ਦੇਵਾਂਗੇ ਤੁਹਾਡੇ ਨਾਲ। ਯੂ ਕੈਨ ਰੀਡ ਦਿਸ ਰਿਪੋਰਟ। ਨੀਤੀ ਆਯੋਗ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਨੇ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ, ਪੰਜਾਬ in primary education has outranked the whole country and is ranked 1। हमने केरला को पीछे छोड़ा है in primary education। Exact lines reads that Punjab has outperformed in learning outcomes, in infrastructure, in schools of eminence। And not only Niti Aayog, it might be NAS, might it be Parakh, might it be PGI index, across all reports, Punjab is number 1। And now let's move to accountability। Accountability, हर सरकार, हर स्टेट गवर्नमेंट का हजारों करोड़ का बजट होता है एजुकेशन का, पर वो पैसे वो सरकारी स्कूल के बच्चे कहां जा रहे हैं? पंजाब इज द ओनली अकाउंटेबल स्टेट जो हर साल आपको ये डाटा देता है कि हमारी सरकारी स्कूल से पढ़कर इतने बच्चे नीट और जेई क्वालिफाई किए। अब भी किसी और स्टेट ने ये डाटा नहीं दिया। And this is our 882 students this year have cleared। पिछले संडे हमने ये फंक्शन किया और आप सबको भी मिलाया उन बच्चों के साथ। Some of students are here also। मुस्कान is here, Irfan is here। And then like it said, 2021 में ये आंकड़ा सिर्फ 82 था। 2021 में सिर्फ 82 स्टूडेंट्स ने नीट क्वालिफाई किया था।
इन 5 years, आज 2026 में 882. This is Bhagwant मान model of governance. 10x returns. This is Bhagwant मान model of governance. किसी को इन बच्चों की लिस्ट चाहिए, आपको लिस्ट मिलेगी. This is what we have achieved. That's why they are jealous of Punjab, because इनको ये करना नहीं आता. और इतना ही नहीं, हमने अपने हाउ दिस हैपेंड, कैसे नंबर 1 पर पहुंचे. 2500 करोड़ मान साहब ने स्कूल इंफ्रास्ट्रक्चर पर खर्च किया. हमारे पास हर स्कूल में कैंपस मैनेजर है, सिक्योरिटी गार्ड्स हैं. हमने अपने टीचर्स को, सम ऑफ देम आर हियर, यू कैन इंटरव्यू देम. वी सेंट आवर प्रिंसिपल्स टू सिंगापुर, वी सेंट आवर प्राइमरी टीचर्स टू फिनलैंड. एंड नाउ Punjab has become the first state to introduce artificial intelligence as the main subject. Even for today's press conference, all this presentation, my students were there to assist me. This is Bhagwant Maan model of governance. मैंने पर्सनली 2000 से ज्यादा स्कूलों में जाकर इंस्पेक्शन की है और ग्राउंड पर जाकर काम किया है. और they want to defame us. And now I come to this Baba Farid Health Science University. जिस फार्मेसी एग्जाम की बात हो रही है, इसकी कहानी क्या है, और अगले 10 मिनट में इस प्रेस कॉन्फ्रेंस से जो खुलासे होंगे वो कईयों की आंखें खोल देंगे. एक नेटफ्लिक्स सीरीज बन सकती है. तो कैसे इसकी शुरुआत हुई? हमारे देश का एक शहर है जिसका नाम है भिवानी. भिवानी पता है कहां पड़ता है जी आप सबको? हरियाणा. हरियाणा के मुख्य, ये तो मैनू लग रहा है क्लास बन गई है ना. हरियाणा के मुख्यमंत्री कौन है? सैनी साहब. और हरियाणा के मुख्यमंत्री पाए कहां जाते हैं? चेक कर लेना, आज भी हरियाणा में भी नहीं होंगे, आज भी पंजाब में होंगे. सो फ्रॉम भिवानी एक चीटिंग का रैकेट है, मास्टरमाइंड है जो इस एलिज्ड चीटिंग का, वो भिवानी में रहता है. काम क्या करता है? वो स्टूडेंट्स के फॉर्म भरता ओपनली, 10वीं के 12वीं के कॉम्पिटिटिव एग्जाम्स के, और खूब हरियाणा में लोगों के सपने तोड़ने के बाद पता नहीं हजारों ऐसे नौजवानों की जिनको नौकरी मिल सकती थी, जिनको प्लेसमेंट्स मिल सकती थी, जिनको एडमिशंस मिल सकती थी, आफ्टर किलिंग देयर ड्रीम्स, आफ्टर मर्डरिंग देयर एस्पिरेशंस, अब उसको लगा अब अपना बिजनेस एक्सपेंड किया जाए. और देन कम्स पंजाब. यहां मान साहब हर हफ्ते नई नौकरी निकाल रहे हैं, 68,000 जॉब्स. तो उसको लगा फ्रेंचाइजी पंजाब में खोलते हैं. उसने फिरोजपुर के एक साइबर सेंटर से संपर्क किया और उसे पता लगा एक एग्जाम आ रहा है. एंड देन व्हाट हैपेंड ऑन 19 जुलाई, इट शुड नॉट कम फ्रॉम मी, बिकॉज मान साहब की पुलिस ने, पंजाब पुलिस ने शानदार काम किया. This PC is not only about the success story of education, it is also a success story of Punjab Police law and order. And I will request DIG फरीदकोट रेंज के वो खुद आकर आपको सारा 19 जुलाई को क्या हुआ, कैसे हुआ, वो नरेट करें. मैम प्लीज. थैंक यू सर. सत श्री अकाल, गुड आफ्टरनून ਸਾਰਿਆਂ ਨੂੰ. ਮਿਤੀ 19 ਜੁਲਾਈ 2026 ਨੂੰ ਫਾਰਮੇਸੀ ਆਫੀਸਰਸ ਐਗਜ਼ਾਮ ਪੇਪਰ ਦੇ ਵਿੱਚ ਪੰਜਾਬ ਪੁਲਿਸ ਦੇ CI ਵਿੰਗ, ਫਰੀਦਕੋਟ ਰੇਂਜ ਪੁਲਿਸ ਅਤੇ ਫਿਰੋਜ਼ਪੁਰ ਰੇਂਜ ਪੁਲਿਸ, ਇਹਨਾਂ ਤਿੰਨਾਂ ਵਿੰਗਸ ਵੱਲੋਂ ਇੱਕ ਸਾਂਝਾ ਆਪਰੇਸ਼ਨ ਕਰਦਿਆਂ ਇੱਕ ਅੰਤਰਰਾਜੀ ਚੀਟਿੰਗ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ. ਇਸ ਦੇ ਤਹਿਤ ਹੁਣ ਤੱਕ 10 ਹੈਂਡਲਰਸ ਜਿਨ੍ਹਾਂ ਨੇ ਇਹ ਟੋਟਲ ਕਨਸਪੀਰੇਸੀ ਰਚੀ ਸੀ ਅਤੇ ਕਨਸਪੀਰੇਸੀ ਨੂੰ ਐਗਜ਼ੀਕਿਊਟ ਕਰਾਉਣ ਦੇ ਵਿੱਚ ਐਕਟਿਵ ਰੋਲ ਨਿਭਾਇਆ ਸੀ, ਉਹਨਾਂ ਦੀ ਅਰੈਸਟ ਹੋ ਚੁੱਕੀ ਹੈ. ਅਤੇ ਇਸ ਤੋਂ ਇਲਾਵਾ 25 ਕੈਂਡੀਡੇਟਸ ਜਿਨ੍ਹਾਂ ਨੇ ਇਸ ਪ੍ਰੀਖਿਆ ਦੇ ਵਿੱਚ ਅਨਫੇਅਰ ਮੀਨਸ ਦਾ ਯੂਜ਼ ਕੀਤਾ ਸੀ ਇਸ ਰੈਕੇਟ ਦੇ ਨਾਲ, ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ. ਟੋਟਲ 13 ਹੈਂਡਲਰਸ ਦੀ ਆਈਡੈਂਟੀਫਿਕੇਸ਼ਨ ਇਸ ਚੀਟਿੰਗ ਰੈਕੇਟ ਦੇ ਵਿੱਚ ਹੋ ਚੁੱਕੀ ਹੈ, ਜਿਸ ਦੇ ਵਿੱਚ 8 ਹੈਂਡਲਰਸ ਇਹ ਹਰਿਆਣਾ ਅਤੇ ਰਾਜਸਥਾਨ ਨੂੰ ਬਿਲੋਂਗ ਕਰਦੇ ਹੈ ਅਤੇ 5 ਹੈਂਡਲਰਸ ਇਹ ਪੰਜਾਬ ਨੂੰ ਬਿਲੋਂਗ ਕਰਦੇ ਹੈ. ਇਹਦੇ ਵਿੱਚ ਇਸ ਤਰੀਕੇ ਇਹ ਮੈਂ ਕਲੀਅਰ ਕਰਨਾ ਚਾਹੁੰਦੀ ਹੈ ਕਿ ਇਸ ਐਗਜ਼ਾਮ ਦੇ ਵਿੱਚ ਨਾ ਹੀ ਇਹ ਕੋਈ ਪੇਪਰ ਲੀਕ ਦਾ ਮਾਮਲਾ ਹੈ ਅਤੇ ਨਾ ਹੀ ਪ੍ਰੀਖਿਆ ਪ੍ਰਣਾਲੀ ਨਾਲ ਸੰਬੰਧਿਤ
ਕਿਸੇ ਵੀ ਕਰਮਚਾਰੀ ਅਧਿਕਾਰੀ ਜਾਂ ਐਗਜ਼ਾਮ ਸੈਂਟਰ ਦੇ ਉੱਪਰ ਜਿਹੜਾ ਤਾਇਨਾਤ ਸਟਾਫ ਸੀ ਉਹਨਾਂ ਦੀ ਕਿਸੇ ਦੀ ਵੀ ਸ਼ਮੂਲੀਅਤ ਇਸ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਆਈ ਹੈ, ਨਾ ਹੀ ਇਸ ਚੀਟਿੰਗ ਗਿਰੋਹ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਹੁਣ ਤੱਕ ਸਾਨੂੰ ਮਿਲਿਆ ਹੈ। ਇਹ ਆਪਰੇਸ਼ਨ ਇਸ ਤਰੀਕੇ ਨਾਲ ਹੋਇਆ ਕਿ 19 ਜੁਲਾਈ ਨੂੰ ਸਵੇਰੇ ਸਾਨੂੰ ਮੁਖਬਰ ਖਾਸ ਦੀ ਇਤਲਾਹ ਮੌਸੂਲ ਹੋਈ ਕਿ ਇੱਕ ਅੰਤਰਰਾਜੀ ਗਿਰੋਹ ਵੱਲੋਂ ਫਰੀਦਕੋਟ ਵਿਖੇ ਜੋ ਐਗਜ਼ਾਮ ਹੋ ਰਹੀ ਹੈ ਉਹਦੇ ਵਿੱਚ ਅਤੀ ਆਧੁਨਿਕ ਵਾਇਰਲੈਸ ਅਤੇ ਬਲੂਟੁੱਥ ਉਪਕਰਨਾਂ ਦਾ ਯੂਜ਼ ਕਰਕੇ ਚੀਟਿੰਗ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਉਸ ਵੇਲੇ ਇਹ ਹੈਂਡਲਰਸ ਫਰੀਦਕੋਟ ਵਿਖੇ ਹੀ ਇੱਕ ਸੁਸਾਇਟੀ ਨਗਰ ਮੁਹੱਲਾ ਹੈ ਉਹਦੇ ਵਿੱਚ ਗੁਰਮੀਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਮੌਜੂਦ ਹਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਵੱਲੋਂ ਇਹ ਸਾਰੇ ਇਹਨਾਂ ਵਿੱਚੋਂ 6 ਹੈਂਡਲਰਸ ਨੂੰ ਰੰਗੇ ਹੱਥੀ ਸੁਸਾਇਟੀ ਨਗਰ ਦੇ ਵਿੱਚੋਂ ਕਾਬੂ ਕੀਤਾ ਗਿਆ। ਇੱਥੇ ਇਸ ਗੁਰਮੀਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਨੂੰ ਇੱਕ ਮੇਕਸ਼ਿਫਟ ਕੰਟਰੋਲ ਰੂਮ ਇਹਨਾਂ ਨੇ ਬਣਾਇਆ ਹੋਇਆ ਸੀ। ਇਸ ਤਰੀਕੇ ਨਾਲ ਹੋਇਆ ਕਿ ਜਦੋਂ ਪ੍ਰੀਖਿਆ ਸ਼ੁਰੂ ਹੋਈ ਉਸ ਤੋਂ ਬਾਅਦ ਇੱਕ ਆਯੁਸ਼ ਨਾਮ ਦਾ ਕੈਂਡੀਡੇਟ ਜੋ ਕਿ ਓਰੀਜਨਲੀ ਭਿਵਾਨੀ ਹਰਿਆਣਾ ਦਾ ਰਹਿਣ ਵਾਲਾ ਹੈ ਪਰੰਤੂ ਉਸ ਐਗਜ਼ਾਮ ਦੇ ਵਿੱਚ ਇਹ ਕੈਂਡੀਡੇਟ ਬਣਿਆ ਹੋਇਆ ਸੀ, ਉਹਨੇ ਸਪਾਈ ਕੈਮਰਾ ਦੀ ਵਰਤੋਂ ਕਰਦਿਆਂ ਕੁਐਸਚਨ ਪੇਪਰ ਨੂੰ ਸਕੈਨ ਕੀਤਾ ਅਤੇ ਸਕੈਨ ਕਰਕੇ ਇਹਦਾ ਜਿਹੜਾ ਇੱਕ ਹੋਰ ਹੈਂਡਲਰ ਸਾਜਨ ਰੈਸੀਡੈਂਟ ਆਫ ਭਿਵਾਨੀ ਉੱਥੇ ਬੈਠਾ ਹੋਇਆ ਸੀ ਉਹਨੂੰ ਭੇਜਿਆ। ਉਸ ਤੋਂ ਬਾਅਦ ਸਾਜਨ ਅਤੇ ਇਸ ਕੰਪਲੀਟ ਗਿਰੋਹ ਵੱਲੋਂ ਇਸ ਪੇਪਰ ਨੂੰ ਸੋਲਵ ਕਰਕੇ ਆਨਸਰਸ ਡਿਕਟੇਟ ਕਰਾਉਣ ਲਈ ਇਸ ਮੇਕਸ਼ਿਫਟ ਕੰਟਰੋਲ ਰੂਮ ਵਿੱਚ ਦੀਪਕ ਅਤੇ ਮਨਜੀਤ ਇਹਨਾਂ ਦੋ ਹੈਂਡਲਰਸ ਦੀ ਡਿਊਟੀ ਲਗਾਈ ਗਈ ਜੋ ਕਿ ਇਹ ਵਾਇਰਲੈਸ ਡਿਵਾਈਸਸ ਦੀ ਵਰਤੋਂ ਕਰਦਿਆਂ ਇਹਨਾਂ ਨੇ ਇੱਕ ਆਨਸਰਸ ਡਿਕਟੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਰੰਤੂ ਇਸ ਤੋਂ ਪਹਿਲਾਂ ਕਿ ਉਹ ਇਸ ਕਾਰਵਾਈ ਨੂੰ ਅੰਜਾਮ ਦੇ ਸਕਦੇ ਪੰਜਾਬ ਪੁਲਿਸ ਨੂੰ ਇਹਦੀ ਸੂਹ ਲੱਗ ਗਈ ਅਤੇ ਸਾਡੀ ਟੀਮਾਂ ਨੇ ਇਮੀਡੀਏਟਲੀ ਰੇਡ ਕਰਕੇ ਇਹ ਮੇਕਸ਼ਿਫਟ ਕੰਟਰੋਲ ਰੂਮ ਵਿੱਚ ਹਾਜ਼ਰ 6 ਦੇ 6 ਹੈਂਡਲਰਸ ਨੂੰ ਗ੍ਰਿਫਤਾਰ ਕਰ ਦਿਆ। ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਇੱਕ ਲਿਸਟ ਮਿਲੀ ਰੋਲ ਨੰਬਰਸ ਦੀ ਜੋ ਇਹ ਉਹ ਕੈਂਡੀਡੇਟ ਸਨ ਜਿਨ੍ਹਾਂ ਦੇ ਨਾਲ ਇਸ ਗਿਰੋਹ ਦੇ ਸੰਪਰਕ ਵਿੱਚ ਸਨ ਅਤੇ ਚੀਟਿੰਗ ਦੇ ਰੈਕਟ ਦੇ ਵਿੱਚ ਇਨਵੋਲਵਡ ਸਨ। ਸੋ ਚੂੰਕਿ ਇਹ ਇਸ ਐਗਜ਼ਾਮ ਦੇ ਵਿੱਚ ਕਾਫੀ ਜ਼ਿਆਦਾ ਸੈਂਟਰਸ ਸੀਗੇ ਅਤੇ ਇਹ ਰੋਲ ਨੰਬਰ ਐਗਜ਼ੈਕਟਲੀ ਕਿਹੜੇ ਸੈਂਟਰ ਦੇ ਵਿੱਚ ਮੌਜੂਦ ਹੈ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਨਹੀਂ ਸੀ, ਇਸ ਕਰਕੇ ਹਰੇਕ ਸੈਂਟਰ ਦੇ ਉੱਪਰ ਪੁਲਿਸ ਦੀ ਟੀਮਾਂ ਨੂੰ ਤਾਬੜਤੋੜ ਰਵਾਨਾ ਕੀਤਾ ਗਿਆ। ਇਸ ਸਾਂਝੇ ਆਪਰੇਸ਼ਨ ਦੇ ਦੌਰਾਨ 200 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਸੈਂਟਰ ਦੇ ਵਿੱਚ ਜਿਹੜੇ ਐਗਜ਼ਾਮ ਸੁਪਰਵਾਈਜ਼ਰਸ ਕੰਟਰੋਲਰਸ ਆਬਜ਼ਰਵਰਸ ਹੁੰਦੇ ਆ ਉਹਨਾਂ ਨੂੰ ਇਹਦੀ ਸੂਚਨਾ ਦਿੱਤੀ ਗਈ ਜਿਨ੍ਹਾਂ ਨੇ ਕੈਂਡੀਡੇਟਸ ਦੀ ਤਲਾਸ਼ੀ ਲਈ ਅਤੇ ਜਦੋਂ ਤਲਾਸ਼ੀ ਲਈ ਉਦੋਂ ਉਹਨਾਂ ਕੋਲੋਂ ਕਚੋੜਾ ਫੋਨ ਜਿਹਨੂੰ K33 ਕਚੋੜਾ ਮਾਡਲ ਆਪਾਂ ਕਹਿੰਦੇ ਆ ਉਹ ਬਰਾਮਦ ਹੋਏ। ਸੋ ਇਸ ਕਾਰਵਾਈ ਦੇ ਦੌਰਾਨ ਟੋਟਲ 25 ਇਸ ਤਰੀਕੇ ਦੇ ਵਾਇਰਲੈਸ ਡਿਵਾਈਸਸ ਕਚੋੜਾ K33 ਫੋਨਸ ਦੀ ਅਸੀਂ ਰਿਕਵਰੀ ਕੀਤੀ ਹੈ। 21 ਈਅਰਪੀਸਸ ਹਿਡਨ ਈਅਰਪੀਸਸ ਉਹਨਾਂ ਦੀ ਰਿਕਵਰੀ ਕੀਤੀ ਹੈ। ਉਸ ਤੋਂ ਇਲਾਵਾ 13 ਮੋਬਾਈਲ ਫੋਨਸ ਅਕਿਊਜ਼ ਪਰਸਨਸ ਜਿਹੜੇ ਅਰੈਸਟ ਹੋਏ ਉਹਨਾਂ ਕੋਲੋਂ ਰਿਕਵਰੀ ਹੋਈ ਹੈ। ਅਕਿਊਜ਼ ਪਰਸਨਸ ਨੇ ਇਸ ਵਾਰਦਾਤ ਦੇ ਦੌਰਾਨ ਵਰਤੀ ਹੋਈ 2 ਕਾਰ ਸਕਾਰਪੀਓ ਕਾਰ ਅਤੇ ਵਰਨਾ ਕਾਰ ਉਹਦੀ ਰਿਕਵਰੀ ਹੋਈ ਹੈ ਤੇ 13 ਮੋਬਾਈਲ ਫੋਨਸ ਜਿਹੜੇ ਮੋਡੀਫਾਈ ਕਰਕੇ ਹੈਂਡਲਰਸ ਵੱਲੋਂ ਮੇਕਸ਼ਿਫਟ ਕੰਟਰੋਲ ਰੂਮ ਵਿੱਚ ਰੱਖੇ ਗਏ ਸੀ ਉਹਨਾਂ ਦੀ ਵੀ ਇਹਦੇ ਵਿੱਚ ਰਿਕਵਰੀ ਹੋਈ ਹੈ। ਸੋ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਫੋਨਸ ਡਿਵਾਈਸਸ ਇਹਨਾਂ ਨੇ ਦਿੱਲੀ ਦੇ ਕਿਸੇ ਵੈਂਡਰ ਕੋਲੋਂ ਪਰਚੇਸ ਕੀਤੇ ਹੈ ਤੇ ਉਹਦੀ ਵੀ ਅਸੀਂ ਤਫਤੀਸ਼ ਸਾਡੀ ਜਾਰੀ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਉੱਥੋਂ ਇਹ ਪਰਚੇਸ ਕੀਤੇ ਹੈ ਤੇ ਕਿਸ ਤਰੀਕੇ ਨਾਲ ਮੋਡੀਫਾਈ ਕੀਤਾ ਹੈ। ਬਹੁਤ ਵੱਡੇ ਪੈਮਾਨੇ ਤੇ YouTube ਦਾ ਵੀਡੀਓਜ਼ ਦਾ ਯੂਜ਼ ਕਰਕੇ ਇਹਨਾਂ ਨੇ ਇਹ ਡਿਵਾਈਸਸ ਨੂੰ ਮੋਡੀਫਾਈ ਕਰਕੇ ਕਿਸ ਤਰੀਕੇ ਨਾਲ ਚੀਟਿੰਗ ਕਰਾਉਣ ਦਾ ਇਹ ਪਲਾਨ ਰਚਿਆ ਸੀਗਾ। ਪਰੰਤੂ ਐਕਸ਼ਨੇਬਲ ਕ੍ਰਿਮੀਨਲ ਇੰਟੈਲੀਜੈਂਸ ਦੇ ਉੱਪਰ ਪ੍ਰੌਂਪਟ ਐਂਡ ਇਮੀਡੀਏਟ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਵੱਲੋਂ ਇਹਨਾਂ ਮਨਸੂਬਿਆਂ ਨੂੰ ਨਾਕਾਮ ਕੀਤਾ ਗਿਆ ਤੇ ਹੁਣ ਇਹਦੇ ਵਿੱਚ ਹਲੇ ਵੀ ਜਿਹੜੇ ਰਹਿੰਦੇ ਆ 3 ਹੈਂਡਲਰਸ ਅਤੇ 4 ਸਟੂਡੈਂਟਸ ਇਹਨਾਂ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦੀ ਟੀਮਸ ਹਰਿਆਣਾ ਰਾਜਸਥਾਨ ਅਤੇ ਪੰਜਾਬ ਦੇ ਸ਼ਹਿਰਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਕਿਸੇ ਵੀ ਤਰੀਕੇ ਦੀ ਭ੍ਰਸ਼ਟਾਚਾਰ ਅਤੇ ਅਨਫੇਅਰ ਮੀਨਸ ਦੇ ਯੂਜ਼ ਦੇ ਖਿਲਾਫ ਪੰਜਾਬ ਪੁਲਿਸ ਦੀ ਜਿਹੜੀ ਜ਼ੀਰੋ ਟੋਲਰੈਂਸ ਨੀਤੀ ਹੈਗੀ ਹੈ ਉਸ ਨੀਤੀ ਨੂੰ ਪੰਜਾਬ ਪੁਲਿਸ ਦੀ ਇਹ ਜੁਆਇੰਟ ਆਪਰੇਸ਼ਨ ਵਧੀਆ ਤਰੀਕੇ ਨਾਲ ਉਜਾਗਰ ਕਰਦੀ ਹੈ
ਤੇ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਪੰਜਾਬ ਪੁਲਿਸ ਦਾ ਇਹ ਸਖਤ ਐਕਸ਼ਨ ਤੇ ਸਖਤ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੂਗੀ। ਥੈਂਕ ਯੂ ਵੈਰੀ ਮਚ। DIG ਸਾਹਿਬ ਨੇ ਦੱਸਿਆ ਤਾਂ ਮੈਂ ਵੀ YouTube ਤੇ ਸਰਚ ਕੀਤਾ ਐਂਡ ਇਵਨ ਯੂ ਪੀਪਲ ਕੈਨ ਹਾਊ ਟੂ ਡੂ ਚੀਟਿੰਗ ਇਨ ਐਨ ਐਗਜ਼ਾਮ। ਬਾਕੀ ਸਾਰੀ ਵੀਡੀਓਜ਼ ਤਾਂ ਪੋਲੀਟੀਕਲ ਵੀਡੀਓਜ਼ ਤਾਂ ਤੁਸੀਂ ਬੈਨ ਕਰ ਦਿੰਦੇ ਹੋ, ਉਹ ਸਾਰਾ ਤੁਸੀਂ ਮੈਂ ਦੇਖ ਕੇ ਹੈਰਾਨ ਸੀ। देयर आर हंड्रेड्स ऑफ वेज ਆ ਸਾਰੇ। ਤੇ ਆ ਜਿਹੜਾ ਮੋਬਾਈਲ ਫੋਨ ਹੈ ਦਿਸ ਇਜ਼ K30 ਜਿਹੜਾ ਮੋਬਾਈਲ ਫੋਨ 1100 ਰੁਪਏ ਦਾ ਆਂਦਾ, ਇੰਨਾ ਪਤਲਾ ਹੈ। ਹੁਣ ਤੁਹਾਡੇ ਬਹੁਤ ਕੀ ਫ੍ਰਿਸਕਿੰਗ ਕਿਉਂ ਨਹੀਂ ਹੋਈ, ਇੰਨਾ ਪਤਲਾ ਤੇ ਉਹਦੇ ਵਿੱਚੋਂ ਵੀ ਉਹਦੀ ਸਕਰੀਨ ਹਟਾ ਦਿੱਤੀ, ਉਹਦਾ ਜਿਹੜਾ ਮਾਈਕ੍ਰੋਫੋਨ ਹਟਾ ਦਿੱਤਾ ਬਿਲਕੁਲ ਛੋਟਾ ਜਿਹਾ ਕਰਕੇ। ਐਂਡ ਜਿੰਨੇ ਕੈਂਡੀਡੇਟ ਸੀ, ਕਿਸੇ ਨੇ ਆਪਣੇ ਅੰਡਰਗਾਰਮੈਂਟਸ ਦੇ ਵਿੱਚ, ਕਿਸੇ ਨੇ ਆਪਣੇ ਟਰਬਨ ਦੇ ਵਿੱਚ, ਐਂਡ ਫ੍ਰਿਸਕਿੰਗ ਦੇ ਵਿੱਚ ਦੇ ਆਰ ਸਟੂਡੈਂਟਸ। ਤੁਸੀਂ ਮੈਟਲ ਡਿਟੈਕਟਰ ਨਾਲ ਕਰ ਸਕਦੇ, ਦੇ ਆਰ ਨੋਟ ਟੈਰਰਿਸਟ। ਤੇ ਉਹਦੇ ਵਿੱਚ ਇਹਦੀ ਹੋਰ उसदे विच होर मॉडिफिकेशन की, उस मोबाइल फोन में एक्स्ट्रा एंटीना लगा दिया और एक छोटा सा बटन, so that if you touch like this वो it starts answering, and that earpiece is so small that no naked eye, आम आंख से आप उसको देख ही नहीं सकते। और मुझे बताया गया पुलिस टीम की तरफ से कि जब कुछ कैंडिडेट से निकालना पड़ा तो they need to some surgical device to get it out, it was so small। अब किया किसने? मास्टरमाइंड कहां से है? भिवानी हरियाणा से। डिवाइसेस कहां से मिले? दिल्ली से। एंड अब आप बताइए और जेनजी बताए और ये देश बताए, वेदर इट इज अ पेपर लीक? नो। वेदर इट इज अ चीटिंग? नो। इट वाज एन अटेम्प्ट टू चीटिंग which was caught red-handed because we have officers like this, because it is Punjab police, because it is Man Saab's law and order। That's why I said कि हरियाणा में पिछले सालों में जितने एग्जाम हुए हैं उन सब की जांच होनी चाहिए। पता नहीं कितने नौजवानों के सपने टूट गए, बिकॉज हरियाणा चीफ मिनिस्टर इज बिजी इन सम अदर स्टेट, बिकॉज हरियाणा पुलिस इज फेलियर एंड पंजाब पुलिस क्रैक्ड इट एंड वी आर बीइंग डिफेम्ड। बिकॉज पंजाब इज नंबर 1, हरियाणा का जो नंबर 1 शहर है एजुकेशन में, पता कौन सा आपको? हाईएस्ट रैंक डिस्ट्रिक्ट ऑफ हरियाणा इज गुरुग्राम, एंड पंजाब का जो लोएस्ट रैंक डिस्ट्रिक्ट है एजुकेशन में वो है पटियाला। माय पटियाला परफॉर्म्स, माय लोएस्ट district performs better than Haryana's top district, because they are busy in doing politics and Man Saab and Arvind ji is busy in doing policy making। ये devices हैं, because it is evidence we cannot get it here, and these are sent to different labs of the country to inquire more। और आप भी सर्च कर लेना YouTube की वीडियो पर, ये सब आपको दिख जाएंगे, and even more innovative ideas। So thank you ma'am। So it will be an open house, आराम ਨਾਲ। So number 1, this is about future of our students, and हरियाणा के जितने पिछले समय में एग्जाम हुए इनकी जांच होनी चाहिए, राजस्थान की जांच होनी चाहिए। एंड अब आप पूछेंगे पंजाब के एग्जाम्स के बारे में। other 5 exams are in question। number 1 was नायब तहसीलदार एग्जाम। नायब तहसीलदार में भी सेम फॉर्म से चीटिंग हुई थी। इट वाज अ PPSC थिंग, बंदों को पकड़ा गया, ट्रायल चल रहा है, एंड आफ्टर दैट we ensured that every PPSC exam will have a jammer, and it has। पर अब ये देश के आगे सवाल है, क्या अब हर बोर्ड के एग्जाम में भी जैमर लगाना पड़े? बिकॉज एक स्टेट यूनिवर्सिटी का इंटरनल एग्जाम था जिसमें 7000 बच्चों ने अप्लाई किया, 5000 अपीयर हुए। सो ओनली फ्रिस्किंग वाज थॉट, जैसे किसी बोर्ड एग्जाम में होती है। और इतने छोटे डिवाइसेस हैं कि फ्रिस्किंग में आ ही नहीं सकते थे, बट इट वाज अ काउंटर इंटेलिजेंस ऑपरेशन, उनको रंगे हाथी पकड़ा गया। देन मूविंग ऑन टू PS टेट, which actually comes under my department। इसके अलावा जितने हैं वो they are not my department, but it is collective responsibility, I am here to answer। PS टेट में क्या हुआ था, एक प्रिंटिंग गूफ अप था, क्वेश्चन पेपर की जगह आंसर की छाप दिया, every candidate got an answer key। It's not a paper leak। We fired that man, we booked that man, whoever, because resources the waste। Then PSCB 2023 इंग्लिश एग्जाम, मुझे आज भी याद है वो दिन, मुझे चेयरमैन बोर्ड की कॉल आती है कि गुरदासपुर में एक जगह
जो क्वेश्चन पेपर वी सेंड आवर क्वेश्चन पेपर टू बैंक लॉकर्स, वो बैंक लॉकर से आधे घंटे पहले खुल गया है। अब सर क्या करें, और 3 लाख बच्चे बैठ रहे, पर ये सिर्फ गुरदासपुर के एक ब्लॉक में हुआ है। आई सेड नथिंग डूइंग, वी विल कैंसिल दिस एग्जाम। अभी 2 घंटे पड़े थे उस एग्जाम को। आई सेड नो, दिस इज, एंड देन हमने उस पर काम किया और बेटर किया, और बोर्ड में और इंप्रूवमेंट्स लाए, एंड इवन राइट नाउ आवर बोर्ड इज वर्किंग ऑन वेदर वी कैन डू गेट आवर एग्जाम थ्रू ब्लॉकचेन। इसके अलावा एक एडीयू एग्जाम है, उसमें आफ्टर थॉर इन्वेस्टिगेशन देयर हैज बीन फाउंड नो लैप्सेस एट ऑल। दिस इज इट इज, पर बेफजूल में पंजाब को बदनाम करना है। और बस उससे भी बड़ी बात है, सिस्टम में लैप्सेस होंगे। जिस पंजाब को टारगेट किया जा रहा है, उसी पंजाब के एजुकेशन मिनिस्टर, एकलौता एजुकेशन मिनिस्टर है जो जंतर मंतर पर गया था। एंड आई सेड ओवर देयर कि इट इज नॉट अबाउट पॉलिटिक्स, इट इज अबाउट पॉलिसी। पूरे देश के एजुकेशन मिनिस्टर्स को इकट्ठा करिए, हर बोर्ड के चेयरमैन को इकट्ठा करिए। क्या आपको लगता अभी नहीं होंगे? देयर आर सो मेनी लूपहोल्स। आप जैमर्स लगा देंगे, क्या एवरी जैमर इज सिक्योर? आप ब्लॉकचेन पर आएंगे, क्या ब्लॉकचेन टूट सकती है? आप ऑन कंप्यूटर एग्जाम लेंगे, can't computers be hacked? All these questions need to be asked with only one aim, that no dream should be killed, merit should not be compromised. This is what our governments, this is what my chief minister believes in. हमारी सरकार पैलेट में बिलीव नहीं करती, हमारी सरकार पॉलिसी में, प्लानिंग में और पॉजिटिविटी में बिलीव करती है। जहां जहां कमी है, वी विल फिक्स इट, वी आर ओपन टू इट। That's why this is Punjab, and that's why we are number one. In the end, and then I'll have your answers. I'll have your questions. I thank my God, I thank my Guruji. I thank my Chief Minister for giving me this opportunity to serve Punjab. And education is just not my portfolio, it is my passion. And to work for Punjab, we all love this job. Thank you.